ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ SK ਸਟੱਡੀ ਪੁਆਇੰਟਸ ਦੇ ਉੱਪਰ। ਤੇ ਅੱਜ ਆਪਾਂ ਗੱਲ ਕਰਾਂਗੇ ਹੜੱਪਾ ਸੱਭਿਅਤਾ ਦੇ ਬਾਰੇ ਵਿੱਚ। ਇਹਨੂੰ ਸਿੰਧ ਸਰਸਵਤੀ ਸੱਭਿਅਤਾ ਜਾਂ ਫਿਰ ਸਿੰਧ ਘਾਟੀ ਦੀ ਸੱਭਿਅਤਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸਿੰਧੂ ਘਾਟੀ ਦੀ ਸੱਭਿਅਤਾ ਜਿਹੜੀ ਹੈ ਭਾਰਤੀ ਉਪ ਮਹਾਦੀਪ ਦੇ ਜਿਹੜਾ ਉੱਤਰ ਪੱਛਮੀ ਹਿੱਸਾ ਹੈ। ਜਿਵੇਂ ਆਪਾਂ ਇਸ ਤਰ੍ਹਾਂ ਮੈਪ ਦੀ ਗੱਲ ਕਰਕੇ ਚੱਲੀਏ ਤਾਂ ਇਹ ਜਿਹੜਾ ਇਹ ਵਾਲਾ ਹਿੱਸਾ ਹੈ ਇਹ ਉੱਤਰ ਪੱਛਮੀ ਭਾਗ ਅਖਵਾਉਂਦਾ ਹੈ। ਤੇ ਇੱਥੇ ਜਿਹੜੀ ਸੱਭਿਅਤਾ ਇਹ ਪ੍ਰਫੁੱਲਤ ਹੋਈ ਹੈ, ਵਧੀ ਫੁੱਲੀ ਹੈ। ਜਿਹੜੀ ਇਹ ਸੱਭਿਅਤਾ ਸੀਗੀ ਲਗਭਗ 7000 ਸਾਲ ਪਹਿਲਾਂ ਆਪਣੇ ਜਿਹੜਾ ਸ਼ਿਖਰ 'ਤੇ ਸੀ। ਇਹਨੂੰ ਸ਼ਹਿਰੀ ਸੱਭਿਅਤਾ ਵੀ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜੀ ਇਹ ਸਿੰਧ ਅਤੇ ਸਰਸਵਤੀ ਨਦੀਆਂ ਜਿਹੜੀਆਂ ਨੇ, ਜਿਹਨੂੰ ਅੱਜ ਸਰਸਵਤੀ ਨਦੀ, ਜਿਹਨੂੰ ਅੱਜ ਕੱਲ੍ਹ ਘੱਗਰ ਨਦੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹਦੇ ਜਿਹੜਾ ਆਲੇ ਦੁਆਲੇ ਸੱਭਿਅਤਾ ਵਧੀ ਫੁੱਲੀ ਹੈਗੀ ਹੈ। ਇਹਦੇ ਵਿੱਚ ਪਾਕਿਸਤਾਨ, ਭਾਰਤ ਅਤੇ ਜਿਹੜਾ ਦੱਖਣ ਅਫਰੀਕਾ ਜਿਹੜਾ ਸ਼ਾਮਲ ਹੈਗਾ ਇਸ ਦੇ ਇਹ ਸੱਭਿਅਤਾ ਜਿਹੜੀ ਇਹਨਾਂ ਜਗ੍ਹਾਵਾਂ ਦੇ ਜਿਹੜੀ ਉੱਪਰ ਵਧੀ ਫੁੱਲੀ ਹੈਗੀ ਹੈ। ਭਾਰਤ ਦੀ ਗੱਲ ਕਰੀਏ ਉਹਦੇ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ, ਪੱਛਮੀ ਉੱਤਰ ਪ੍ਰਦੇਸ਼ ਦੇ ਜਿਹੜੇ ਹਿੱਸੇ ਨੇ ਇਹਦੇ ਵਿੱਚ ਸ਼ਾਮਲ ਨੇ। ਇਹ ਸੱਭਿਅਤਾ ਹੈ ਬਾਕੀ ਜਿੰਨੀਆਂ ਵੀ ਸੱਭਿਅਤਾਵਾਂ ਹੋਈਆਂ ਨੇ ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਵਿਸ਼ਾਲ ਸੱਭਿਅਤਾ ਹੈਗੀ ਹੈ। ਅਤੇ ਮਿਸਰ ਦੀ ਸੱਭਿਅਤਾ ਤੋਂ ਲਗਭਗ 20 ਗੁਣਾ ਜਿਹੜੀ ਸੱਭਿਅਤਾ ਵੱਡੀ ਹੈ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਜਿੰਨੀਆਂ ਵੀ ਸੱਭਿਅਤਾਵਾਂ ਹੋਈਆਂ ਨੇ ਪੁਰਾਣੇ ਟਾਈਮ 'ਤੇ, ਉਹ ਸਾਰੀਆਂ ਨਦੀਆਂ ਦੇ ਕਿਨਾਰਿਆਂ 'ਤੇ ਵਧੀਆਂ ਫੁੱਲੀਆਂ ਨੇ। ਕਿਉਂਕਿ ਉਸ ਟਾਈਮ 'ਤੇ ਲੋਕ ਜਿਹੜੇ ਨੇ ਵਪਾਰੀ ਹੁੰਦੇ ਸੀ। ਉਹ ਵਪਾਰ ਕਰਨ ਲਈ ਜਿਹੜਾ ਦਰਿਆਵਾਂ ਦੇ ਰਾਹੀਂ ਉਹ ਇੱਕ ਦੂਸਰੇ ਦੇਸ਼ ਨਾਲ ਜਿਹੜਾ ਸੰਪਰਕ ਸਾਧਦੇ ਸੀਗੇ। ਅਤੇ ਇਹਦੇ ਲਈ ਉਹਨਾਂ ਨੂੰ ਆਵਾਜਾਈ ਜਿਹੜੀ ਕਰਨੀ ਜਿਹੜੀ ਆਸਾਨ ਹੁੰਦੀ ਸੀ। ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਬੱਸਾਂ ਗੱਡੀਆਂ ਜਿਹੜੀਆਂ ਨੇ, ਟ੍ਰੇਨ ਵਗੈਰਾ ਚੱਲਦੀਆਂ ਨੇ, ਪਰ ਉਸ ਟਾਈਮ 'ਤੇ ਇੱਦਾਂ ਦਾ ਕੁਛ ਵੀ ਨਹੀਂ ਸੀ। ਇਸ ਲਈ ਉਹ ਜਿਹੜੇ ਲੋਕ ਸੀਗੇ ਦਰਿਆਵਾਂ ਦੇ ਰਾਹੀਂ ਉਹ ਜਿਹੜਾ ਆਪਣਾ ਵਪਾਰ ਜਿਹੜਾ ਇੱਕ ਦੂਸਰੇ ਦੇਸ਼ ਨਾਲ ਕਰਦੇ ਸੀ। ਅਤੇ ਇਹਨਾਂ ਵਿੱਚ ਜਿੰਨੀਆਂ ਵੀ ਸੱਭਿਅਤਾ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਨਾਮ ਆਪਾਂ ਦੇਖਾਂਗੇ। ਨੀਲ ਘਾਟੀ ਦੀ ਸੱਭਿਅਤਾ, ਇਹ ਮਿਸਰ ਦੀ ਜਿਹੜੀ ਸੱਭਿਅਤਾ ਹੈ ਉਹਨੂੰ ਨੀਲ ਘਾਟੀ ਦੀ ਸੱਭਿਅਤਾ ਵੀ ਬੋਲਿਆ ਜਾਂਦਾ ਹੈ। ਇਸ ਤੋਂ ਬਾਅਦ ਜਿਹੜੀ ਮੈਸੋਪਟਾਮੀਆ ਦੀ ਸੱਭਿਅਤਾ ਹੈ ਉਹ ਦਜ਼ਲਾ ਅਤੇ ਫਰਾਤ ਨਦੀਆਂ ਦੀ ਜਿਹੜੀ ਘਾਟੀ ਹੈ ਉਹਦੇ ਜਿਹੜਾ ਕਿਨਾਰੇ 'ਤੇ ਵਧੀ ਫੁੱਲੀ ਹੈ। ਉਸ ਤੋਂ ਬਾਅਦ ਸਿੰਧ ਨਦੀ ਦੀ ਸੱਭਿਅਤਾ ਜਿਹੜੀ ਹੈਗੀ ਹੈ ਉਹ ਵੀ ਜਿਹੜਾ ਸਿੰਧ ਘਾਟੀ ਦੇ ਆਲੇ ਦੁਆਲੇ ਜਿਹੜੀ ਵਧੀ ਫੁੱਲੀ ਹੈਗੀ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਚੀਨ ਦੀ ਜਿਹੜੀ ਸੱਭਿਅਤਾ ਹੈਗੀ ਹੈ। ਇਹਨਾਂ ਵਿੱਚੋਂ ਹਵਾਂਗ ਹੋ ਅਤੇ ਯੰਗਸ਼ੀ ਕਿਆਂਗ ਨਦੀਆਂ ਦੀ ਜਿਹੜੀ ਆ ਘਾਟੀ ਦੀ ਸੱਭਿਅਤਾ ਵੀ ਦੇ ਨਾਮ ਨਾਲ ਇਹਨਾਂ ਨੂੰ ਜਾਣਿਆ ਜਾਂਦਾ ਹੈ। ਇਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਜਿਹੜੀ ਇਹ ਸੱਭਿਅਤਾ ਹੈਗੀ ਹੈ ਇਹ ਲਗਭਗ ਜਿਹੜਾ 3000 ਈਸਾ ਪੂਰਵ ਦੇ ਵਿੱਚ ਜਿਹੜਾ ਉੱਨਤੀ ਦੇ ਆਪਣੇ ਜਿਹੜਾ ਸਿਖਰ ਦੇ ਉੱਪਰ ਸੀਗੀ। ਇਸ ਤੋਂ ਬਾਅਦ ਜਿਹੜੀ ਇਹ ਸੱਭਿਅਤਾ 1000 ਸਾਲ ਇਹਦਾ ਜਿਹੜਾ ਸੱਭਿਅਤਾ ਦਾ ਵਿਕਾਸ ਹੁੰਦਾ ਰਿਹਾ। ਅਤੇ 1900 ਈਸਾ ਪੂਰਵ ਦੇ ਲਗਭਗ ਜਿਹੜੇ ਸਰਸਵਤੀ ਨਦੀ ਦੇ ਸੁੱਕ ਜਾਣ ਦੇ ਕਾਰਨ ਇਹ ਜਿਹੜਾ ਸੱਭਿਅਤਾ ਦਾ ਪਤਨ ਹੋਣਾ ਸ਼ੁਰੂ ਹੋਇਆ। ਅਤੇ ਇੱਥੋਂ ਦੇ ਜਿਹੜੇ ਲੋਕ ਸੀਗੇ ਉਹ ਜਿਹੜਾ ਸਿੰਧ ਨਦੀ ਹੈ ਉਹਦੇ ਤੋਂ ਆਪਣਾ ਪਲਾਇਨ ਕਰਕੇ ਗੰਗਾ ਨਦੀ ਦੇ ਕਿਨਾਰੇ ਉੱਤਰੀ ਭਾਰਤ ਦੇ ਵਿੱਚ ਜਿਹੜਾ ਇਹਨਾਂ ਨੇ ਆਪਣੇ ਜਿਹੜਾ ਸਥਾਨ, ਉਹ ਸੱਭਿਅਤਾ ਦਾ ਜਿਹੜਾ ਸਥਾਨ ਹੈ ਉਹ ਇਸ ਜਗ੍ਹਾ ਨੇ ਲੈ ਲਿਆ। ਇਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਇਹਦੇ ਜਿਹੜੇ ਸੱਭਿਅਤਾ ਦੇ ਪੂਰੇ 1400 ਸਥਾਨ ਜਿਹੜੇ ਪ੍ਰਾਪਤ ਹੋਏ ਨੇ। ਅਤੇ ਇਹਨਾਂ ਵਿੱਚੋਂ ਸਿਰਫ ਜਿਹੜੇ 40 ਨੇ ਜਿਨ੍ਹਾਂ ਦੀ ਖੋਜ ਸਿੰਧ ਨਦੀ ਦੇ ਕਿਨਾਰੇ ਕੀਤੀ ਗਈ ਹੈ। ਇਹਦੇ ਵਿੱਚੋਂ ਜਿੰਨੇ ਵੀ ਬਾਕੀ ਬਚਦੇ ਨੇ 1360 ਸਥਾਨ ਨੇ ਉਹ ਗੰਗਾ ਨਦੀ ਦੇ ਕਿਨਾਰੇ ਮੈਦਾਨਾਂ ਦੇ ਵਿੱਚ ਹੀ ਜਿਹੜਾ ਸਥਾਨ ਜਿਹੜੇ ਪ੍ਰਾਪਤ ਹੋਏ ਨੇ। ਜਿਹੜੇ ਸਿੰਧੂ ਘਾਟੀ ਦੇ ਲੋਕ ਸੀ ਉਹਨਾਂ ਨੇ ਪਹਿਲੀ ਵਾਰ ਤਾਂਬੇ ਦੇ ਵਿੱਚ ਟਿਨ ਜਿਹਨੂੰ ਬੋਲਦੇ ਹਾਂ ਆਪਾਂ, ਧਾਤ ਹੁੰਦੀ ਆ, ਉਹਨੂੰ ਮਿਕਸ ਕਰਕੇ ਪਹਿਲੀ ਵਾਰ ਕਾਂਸਾ ਬਣਾਇਆ ਸੀ। ਅਤੇ ਇਹਨੂੰ ਭਾਰਤ ਦਾ ਜਿਹੜਾ ਪਹਿਲੀ ਨਗਰੀ ਕ੍ਰਾਂਤੀ ਦਾ ਨਾਮ ਦਿੱਤਾ ਗਿਆ ਹੈ ਇਹ ਸੱਭਿਅਤਾ ਨੂੰ। ਇਹਦੇ ਵਿੱਚ ਜਿਹੜੇ ਲੋਕ ਨੇ ਇੱਥੋਂ ਦੇ ਉਹ ਕਪਾਹ ਦੀ ਜਿਹੜੀ ਖੇਤੀ ਬਹੁਤ ਜ਼ਿਆਦਾ ਮਾਤਰਾ ਵਿੱਚ ਕਰਦੇ ਸੀਗੇ। ਇਸੇ ਕਰਕੇ ਜਿਹੜੇ ਯੂਨਾਨੀ ਲੋਕ ਆ ਇਹਨਾਂ ਨੇ ਜਿਹੜਾ ਭਾਰਤੀ ਉਸ ਟਾਈਮ ਦੀ ਸਿੰਧੂ ਘਾਟੀ ਦੇ ਲੋਕ ਆ ਉਹਨਾਂ ਨੂੰ ਸਿਡਨ ਦਾ ਨਾਮ ਦਿੱਤਾ ਸੀ। ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਇਹ ਜਿਹੜਾ ਟਾਈਮ ਹੈਗਾ ਇਹਨਾਂ ਨੂੰ ਜਾਣਨ ਲਈ ਦੋ ਤਰ੍ਹਾਂ ਦੇ ਪੈਮਾਨਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹਦੇ ਵਿੱਚ ਇੱਕ ਕਾਰਬਨ ਡੇਟਿੰਗ ਹੈਗਾ ਅਤੇ ਦੂਸਰਾ ਯੂਰੇਨੀਅਮ ਡੇਟਿੰਗ ਹੈ। ਕਾਰਬਨ ਡੇਟਿੰਗ ਦੀ ਆਪਾਂ ਗੱਲ ਕਰੀਏ ਤਾਂ ਇਹ ਜਿਹੜਾ ਲਗਭਗ 50,000 ਸਾਲ ਤੱਕ ਦੇ ਜਿਹੜੇ ਜੀਵਾਸ਼ਮਾਂ ਦੀ ਉਮਰ ਜਿਹੜਾ ਉਹ ਪਤਾ ਕਰਦਾ ਹੈ। ਅਤੇ ਉਸ ਤੋਂ ਵੀ ਜਿਹੜੇ ਉੱਪਰ ਦੇ ਜਿਹੜੇ ਜੀਵਾਸ਼ਮ ਨੇ ਜਿਵੇਂ 50,000 ਸਾਲ ਤੋਂ ਜਿਹੜੇ ਵੀ ਪੁਰਾਣੇ ਨੇਗੇ ਉਹਨਾਂ ਦੀ ਉਮਰ ਪਤਾ ਕਰਨ ਲਈ ਯੂਰੇਨੀਅਮ ਡੇਟਿੰਗ ਜਿਹੜਾ ਪੈਮਾਨਾ ਉਹਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ 1921 ਅਤੇ 1922 ਦੇ ਵਿੱਚ ਜਿਹੜਾ ਪਾਕਿਸਤਾਨ ਦੇ ਵਿੱਚ ਦੋ ਜਗ੍ਹਾ ਦੀ ਜਿਹੜੀ ਖੋਜ ਕੀਤੀ ਗਈ ਹੈ। 1921 ਦੇ ਵਿੱਚ ਜਿਹੜਾ ਹੜੱਪਾ ਦੀ ਖੋਜ ਕੀਤੀ ਗਈ ਹੈ ਅਤੇ 1922 ਦੇ ਵਿੱਚ ਮੋਹਨਜੋਦਾੜੋ ਦੀ ਖੋਜ ਕੀਤੀ ਗਈ ਹੈ। ਜਿਹੜਾ ਹੜੱਪਾ ਦੀ ਖੋਜ ਹੈ ਉਹ ਦਇਆਰਾਮ ਸਾਹਨੀ ਦੁਆਰਾ ਕੀਤੀ ਗਈ ਸੀ ਅਤੇ ਮੋਹਨਜੋਦਾੜੋ ਦੀ ਰਖਾਲਦਾਸ ਬੈਨਰਜੀ ਦੁਆਰਾ ਜਿਹੜੀ ਇਸ ਜਗ੍ਹਾ ਦੀ ਖੋਜ ਕੀਤੀ ਗਈ ਸੀ। ਅਤੇ ਮੋਹਨਜੋਦਾੜੋ ਨੂੰ ਰਾਖ ਦਾ ਟਿੱਲਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਜਿਹੜਾ ਮੋਹਨਜੋਦਾੜੋ ਹੈ ਇਹ ਪਾਕਿਸਤਾਨ ਦੇ ਵਿੱਚ ਲਰਕਾਣਾ ਜ਼ਿਲ੍ਹੇ ਵਿੱਚ ਸਥਿਤ ਹੈਗਾ। ਅਤੇ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਹੜੱਪਾ ਇਹ ਮਿੰਟਗੁਮਰੀ ਜ਼ਿਲ੍ਹੇ ਦੇ ਵਿੱਚ ਸਥਿਤ ਹੈ। ਇਹ ਜਿਹੜਾ ਪੂਰਬੀ ਪੰਜਾਬ ਹੈ ਉਹਦੇ ਵਿੱਚ ਮਿੰਟਗੁਮਰੀ ਜ਼ਿਲ੍ਹਾ ਹੈਗਾ ਏ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਚਨਹੋਦੜੋ ਦੇ ਬਾਰੇ ਵਿੱਚ। ਜਿਹੜਾ ਚਨਹੋਦੜੋ ਇਹ ਸਿੰਧ ਨਦੀ ਦੇ ਜਿਹੜਾ ਖੱਬੇ ਪਾਸੇ ਸਥਿਤ ਹੈਗਾ ਅਤੇ ਇਹਦੀ ਜਿਹੜੀ ਖੋਜ ਹੈਗੀ ਉਹ NG ਮਜ਼ੂਮਦਾਰ ਦੁਆਰਾ ਕੀਤੀ ਗਈ ਸੀ। ਅਤੇ ਸਿੰਧ ਨਦੀ ਤੋਂ ਬਾਅਦ ਜਿਹੜੀ ਇੱਕ ਹੋਰ ਸੱਭਿਅਤਾ ਦਾ ਵਿਕਾਸ ਹੋਇਆ ਸੀ ਜੂਕਰ ਜਾਂਗਰ ਸੰਸਕ੍ਰਿਤੀ ਜਿਹਨੂੰ ਬੋਲਦੇ ਆ, ਉਹ ਵੀ ਇਸੇ ਜਗ੍ਹਾ 'ਤੇ ਜਿਹੜਾ ਵਧੀ ਫੁੱਲੀ ਹੈਗੀ ਹੈ। ਅਤੇ ਇਸ ਤੋਂ ਬਾਅਦ ਇੱਕ ਰਾਈਟਰ ਹੋਏ ਨੇ ਜਾਂ ਖੋਜ ਪੁਰਾਤੱਤਵ ਵਿਭਾਗ ਦੇ ਇੱਕ ਪਰਸਨ ਨੇ, ਉਹਨਾਂ ਦਾ ਨਾਮ ਹੈਗਾ ਮੈਕੀ।
ਉਹਨਾਂ ਦਾ ਕਹਿਣਾ ਹੈ ਕਿ ਇੱਥੇ ਜਿਹੜਾ ਮਣਕੇ ਬਣਾਉਣ ਦਾ ਜਿਹੜਾ ਕਾਰਖਾਨਾ ਖੋਜਿਆ ਗਿਆ ਹੈ ਚਨਹੁਦੜੋ ਦੇ ਵਿੱਚ। ਉਸ ਤੋਂ ਬਾਅਦ ਇੱਕ ਇੱਥੇ ਮੁਦਰਾ ਪ੍ਰਾਪਤ ਹੋਈ ਹੈ ਜਿਹਦੇ ਉੱਪਰ ਘੜਿਆਲ, 3 ਘੜਿਆਲ ਤੇ 2 ਮੱਛੀਆਂ ਜਿਹੜੀਆਂ ਉਹਨਾਂ ਦੇ ਚਿੱਤਰ ਵੀ ਪ੍ਰਾਪਤ ਕੀਤੇ ਗਏ ਨੇ। ਇਸ ਤੋਂ ਬਾਅਦ ਇੱਥੇ ਜਿਹੜੀਆਂ ਇੱਟਾਂ ਪ੍ਰਾਪਤ ਹੋਈਆਂ ਨੇ ਉਹਨਾਂ ਦੇ ਉੱਪਰ ਬਿੱਲੀ ਦਾ ਪਿੱਛਾ ਕਰਦੇ ਹੋਏ ਕੁੱਤੇ ਦੇ ਪੰਜੇ ਦੇ ਨਿਸ਼ਾਨ ਵੀ ਪ੍ਰਾਪਤ ਹੋਏ ਨੇ। ਇਹ ਇੱਕਮਾਤਰ ਐਸਾ ਸਥਾਨ ਆ ਜਿੱਥੋਂ ਵਕਰਾਕਾਰ ਜਾਂ ਜਿਹਨੂੰ ਆਪਾਂ ਬੋਲਦੇ ਹਾਂ ਗੋਲ ਆਕ੍ਰਿਤੀ ਦੀਆਂ ਜਿਹੜੀਆਂ ਇੱਟਾਂ ਜਿਹੜੀਆਂ ਪ੍ਰਾਪਤ ਹੋਈਆਂ ਨੇ। ਇਸ ਤੋਂ ਬਾਅਦ ਇੱਥੇ ਲਿਪਸਟਿਕ, ਕੰਘਾ ਤੇ ਉਸਤਰਾ ਵੀ ਪ੍ਰਾਪਤ ਕੀਤਾ ਗਿਆ ਹੈ। ਤੇ ਇਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਜਿਹੜਾ ਇਹਦੇ ਜਿਹੜੀ ਖੁਦਾਈ ਤੋਂ ਬਾਅਦ ਪੱਕੀ ਮਿੱਟੀ ਦੀ ਜਿਹੜੀ ਪਾਈਪਨੁਮਾ ਨਾਲੀ ਦਾ ਜਿਹੜਾ ਇਸਥੋਂ ਪ੍ਰਮਾਣ ਪ੍ਰਾਪਤ ਹੋਏ ਨੇ, ਜਿਹਨੂੰ ਆਪਾਂ ਦੇਖਦੇ ਹਾਂ ਕਿ ਪਾਈਪਨੁਮਾ ਕੁਝ ਇਸ ਤਰ੍ਹਾਂ ਜੇ ਵੀ ਹੋ ਸਕਦਾ ਹੈ। ਇਹ ਜਿਹੜਾ ਪ੍ਰਾਪਤ ਹੋਈ ਹੈ ਇਸ ਚਨਹੁਦੜੋ ਦੇ ਵਿੱਚੋਂ। ਇਸ ਤੋਂ ਬਾਅਦ ਆਪਾਂ ਦੇਖਾਂਗੇ ਰਾਜਸਥਾਨ ਦੇ ਵਿੱਚ ਕਾਲੀਬੰਗਨ। ਆਪਾਂ ਕਾਲੀਬੰਗਾ ਦੀ ਗੱਲ ਕਰਾਂਗੇ। ਇਹ ਜਿਹੜਾ ਸਥਾਨ ਹੈਗਾ ਇਹਦਾ ਖੋਜ ਹੈਗੀ ਆ ਅਮਲਾਨੰਦ ਘੋਸ਼ ਦੁਆਰਾ ਕੀਤੀ ਗਈ ਸੀਗੀ। ਤੇ ਜਿਹੜਾ ਕਾਲੀਬੰਗਾ ਦਾ ਅਰਥ ਹੈਗਾ ਇਹ ਕਾਲੇ ਰੰਗ ਦੀਆਂ ਚੂੜੀਆਂ। ਇਹ ਜਿਹੜਾ ਗੰਗਾਨਗਰ ਦੇ ਵਿੱਚ, ਰਾਜਸਥਾਨ ਦੇ ਵਿੱਚ ਗੰਗਾਨਗਰ ਜ਼ਿਲ੍ਹੇ ਦੇ ਵਿੱਚ ਇਹ ਜਿਹੜਾ ਸਥਾਨ ਹੈਗਾ ਉਹ ਸਥਿਤ ਹੈ। ਇਹ ਪ੍ਰਾਚੀਨ ਸਰਸਵਤੀ ਜਾਂ ਦ੍ਰਿਸ਼ਦਤੀ ਨਦੀਆਂ ਦੇ ਜਿਹੜਾ ਵਿੱਚ ਜਗ੍ਹਾ, ਜਿੰਨਾ ਵੀ ਸਥਾਨ ਸੀਗਾ ਉਹਦੇ ਵਿੱਚ ਜਿਹੜਾ ਜਗ੍ਹਾ ਪ੍ਰਾਪਤ ਹੋਈ ਹੈ ਕਾਲੀਬੰਗਾ। ਸਰਸਵਤੀ ਦਾ ਜਿਵੇਂ ਪਿੱਛੇ ਦੇਖਿਆ ਹੀ ਹੈ ਕਿ ਜਾਂ ਸਰਸਵਤੀ ਦਾ ਜਿਹੜਾ ਆਧੁਨਿਕ ਨਾਮ ਹੈਗਾ ਉਹ ਘੱਗਰ ਹੈਗਾ ਹੈ, ਜਾਂ ਦ੍ਰਿਸ਼ਦਤੀ ਵੀ ਉਹਨੂੰ ਬੋਲਿਆ ਜਾਂਦਾ ਸੀਗਾ। ਸਰਸਵਤੀ ਨਦੀ ਨੂੰ ਘੱਗਰ ਬੋਲਿਆ ਜਾਂਦਾ। ਜਿਹੜੀ ਦ੍ਰਿਸ਼ਦਤੀ ਨਦੀ ਸੀਗੀ ਉਸ ਦਾ ਜਿਹੜਾ ਆਧੁਨਿਕ ਨਾਮ ਹੈਗਾ ਚੌਤੰਗ। ਇਸੇ ਸਥਾਨ ਤੋਂ ਪ੍ਰਾਕ ਸਿੰਧ ਸੱਭਿਅਤਾ ਦੇ ਜਿਹੜੇ ਪ੍ਰਮਾਣ ਵੀ ਪ੍ਰਾਪਤ ਹੋਏ ਆ, ਤੇ ਨਾਲ ਹੀ ਇੱਥੋਂ ਹਲ ਨਾਲ ਜੋਤੇ ਜਾਣ ਵਾਲੇ ਖੇਤ ਦੇ ਜਿਹੜੇ ਪ੍ਰਮਾਣ ਵੀ ਪ੍ਰਾਪਤ ਹੋਏ ਆ। ਇੱਥੇ ਜਿਹੜੀਆਂ 2 ਫਸਲਾਂ ਨੂੰ ਇੱਕੋ ਜਗ੍ਹਾ ਤੇ ਬੋਏ ਜਾਂਦੇ, ਜਿਵੇਂ ਆਪਾਂ ਕਹੇ ਮਿਸ਼ਰਿਤ ਕਰਕੇ ਬੀਜ ਸੁੱਟੇ ਜਾਂਦੇ ਹੋਣਗੇ ਜਿੱਥੇ, ਉਹ ਪ੍ਰਮਾਣ ਵੀ ਇੱਥੋਂ ਪ੍ਰਾਪਤ ਹੋਏ ਨੇ। ਇਸ ਜਗ੍ਹਾ ਤੋਂ ਆਇਤਾਕਾਰ, ਜਿੱਦਾਂ ਆਪਾਂ ਬੋਲਦੇ ਹਾਂ ਇਸ ਤਰ੍ਹਾਂ ਦੇ ਅਗਨੀਕੁੰਡ ਵੀ ਪ੍ਰਾਪਤ ਹੋਇਆ, ਤੇ ਵੇਦਿਕਾਵਾਂ ਵੀ ਮਿਲੀਆਂ ਨੇ ਜਿਨ੍ਹਾਂ ਨੂੰ ਹਵਨ ਕੁੰਡ ਬੋਲਿਆ ਜਾਂਦਾ ਸੀ। ਇੱਥੇ ਜਿਹੜਾ ਕਬਰਿਸਤਾਨ ਨੇ ਉਹ ਜਿਹੜਾ ਆਪਾਂ ਜੇ ਇਸ ਤਰ੍ਹਾਂ ਗੱਲ ਕਰੀਏ ਕਿ ਇਹ ਜਿਹੜਾ ਭਾਰਤ ਦਾ ਨਕਸ਼ਾ ਹੈਗਾ ਇਹ ਮੰਨ ਕੇ ਚੱਲ ਰਹੇ ਨੇ ਆਪਾਂ ਉਦਾਹਰਨ ਦੇ ਤੌਰ ਤੇ, ਇੱਥੇ ਜਿਹੜਾ ਇਸ ਜਗ੍ਹਾ ਤੇ ਉੱਤਰ ਪੱਛਮੀ ਭਾਗ ਆ ਜਿਹੜਾ ਇੱਥੇ ਇਹਨਾਂ ਦੇ ਕਬਰਸਤਾਨ ਜਿਹੜੇ ਪ੍ਰਾਪਤ ਹੋਏ ਨੇ। ਇਹ ਆਪਾਂ ਭਾਰਤ ਨਹੀਂ ਮੰਨ ਕੇ ਚੱਲਾਂਗੇ, ਇੱਥੇ ਜਿਹੜਾ ਇਹ ਵਾਲੀ ਜਗ੍ਹਾ ਹੈਗੀ ਇੱਥੇ ਇਹਦੇ ਅਕੋਰਡਿੰਗ ਜਿਹੜਾ ਇਸ ਜਗ੍ਹਾ ਤੋਂ ਪ੍ਰਾਪਤ ਹੋਏ ਨੇ। ਇੱਥੇ ਜਿਹੜਾ ਸ਼ਵ ਵਿਸਰਜਨ ਦੇ ਜਿਹੜਾ ਹੈਗੇ ਆਪਾਂ ਕਹਿ ਸਕਦੇ ਹਾਂ 37 ਉਦਾਹਰਨ ਜਿਹੜੇ ਪ੍ਰਾਪਤ ਹੋਏ ਨੇ। 37 ਜਿਹੜਾ ਢੰਗਾਂ ਨਾਲ ਉਹ ਅਲੱਗ-ਅਲੱਗ 37 ਤਰੀਕਿਆਂ ਨਾਲ ਉਹ ਜਿਹੜਾ ਦਾਹ ਸੰਸਕਾਰ ਕਰਦੇ ਸੀਗੇ। ਇੱਥੋਂ ਜਿਹੜੇ ਦਾਹ ਸੰਸਕਾਰ 'ਚ ਪੂਰੀ ਤਰ੍ਹਾਂ ਨਾਲ ਜਲਾਏ ਜਾਂਦੇ ਜਾਂ ਫਿਰ ਅੱਧਾ ਜਲਾਏ ਜਾਣ, ਤੇ ਉਸ ਤੋਂ ਬਾਅਦ ਦਰਿਆ ਦੇ ਵਿੱਚ ਸੁੱਟੇ ਜਾਂਦੇ, ਉਹਨਾਂ ਦੇ ਪ੍ਰਮਾਣ ਵੀ ਪ੍ਰਾਪਤ ਹੋਏ ਨੇ। ਤੇ ਯੁਗਲ ਸਵਾਦਾਨ ਵੀ ਇਸ ਜਗ੍ਹਾ ਤੋਂ ਪ੍ਰਾਪਤ ਹੋਏ ਨੇ। ਜਿਵੇਂ ਆਪਾਂ ਕਹਿ ਸਕਦੇ ਹਾਂ ਜਿਵੇਂ ਉਸ ਟਾਈਮ 'ਤੇ ਹੋ ਸਕਦਾ ਹੈ ਕਿ ਸਤੀ ਪ੍ਰਥਾ ਦਾ ਕੁਛ ਹੋਵੇ, ਤੇ ਉੱਥੇ ਪੂਰੇ ਮਤਲਬ ਕਪਲ ਨੂੰ ਦਫਨਾਏ ਜਾਂਦੇ, ਕਹਿਣ ਤੋਂ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਪ੍ਰਮਾਣ ਪ੍ਰਾਪਤ ਹੋਏ ਨੇ। ਜਿਹੜੀਆਂ ਕਬਰਾਂ ਨੇ ਉਹ ਅੰਡਾਕਾਰ ਵੀ ਪ੍ਰਾਪਤ ਹੋਈਆਂ ਨੇ, ਤੇ ਇੱਥੇ ਇੱਕ ਬੱਚੇ ਦੀ ਜਿਹੜਾ ਖੋਪੜੀ 'ਚ ਛੇਦ ਕਰਕੇ ਕੀਤੇ ਜਾਂਦੇ ਪ੍ਰਮਾਣ ਵੀ ਮਿਲੇ ਨੇ। ਉਹਨੂੰ ਆਪਾਂ ਸਰਜਰੀ ਚਿਕਿਤਸਾ ਜਿਹਨੂੰ ਆਪਾਂ ਬੋਲਦੇ ਹਾਂ ਇਹ ਉਹ ਹੋ ਸਕਦਾ ਹੈ ਉਸ ਦੇ ਵਿੱਚ। ਇਸ ਤੋਂ ਬਾਅਦ ਜਿਹੜੇ ਮਕਾਨ ਨੇ ਉੱਥੋਂ ਦੇ ਉਹ ਕੱਚੀ ਇੱਟਾਂ ਦੇ ਜਿਹੜੇ ਬਣੇ ਹੁੰਦੇ ਸੀਗੇ। ਇਹ ਜਿਹੜਾ ਇੱਥੋਂ ਜਿਹੜੀ ਆ ਸ਼ਹਿਰੀ ਜਲ ਨਿਕਾਸ ਪ੍ਰਣਾਲੀ ਜਿਹੜੀ ਪ੍ਰਾਪਤ ਨਹੀਂ ਹੋਈ ਹੈ। ਤੇ ਇਸ ਤੋਂ ਬਾਅਦ ਇਹਦੇ ਵਿੱਚ ਜਿਹੜੇ ਭੂਕੰਪ ਜਿਹੜਾ ਆਪਾਂ ਜਿਹਨੂੰ ਬੋਲਦੇ ਹਾਂ ਭੂਚਾਲ, ਉਹਦੇ ਜਿਹੜੇ ਪ੍ਰਾਚੀਨ ਸਾਕਸ਼ ਵੀ ਪ੍ਰਾਪਤ ਹੋਏ ਨੇ, ਆਪਾਂ ਨੂੰ ਉੱਥੋਂ ਦੇ ਸਬੂਤ ਵੀ ਮਿਲਦੇ ਨੇ ਭੂਚਾਲ ਆਏ ਹੋਣ ਦੇ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਬਨਾਵਲੀ ਦੀ। ਬਨਾਵਲੀ ਜਿਹੜਾ ਜਗ੍ਹਾ ਹੈਗੀ ਹੈ ਹਰਿਆਣੇ ਦੇ ਹਿਸਾਰ ਜ਼ਿਲ੍ਹੇ ਵਿੱਚ, ਜਿਹੜੇ ਸਰਸਵਤੀ ਨਦੀ ਦੇ ਕਿਨਾਰੇ 'ਤੇ ਇਹ ਜਗ੍ਹਾ ਜਿਹੜੀ ਸਥਿਤ ਹੈਗੀ ਹੈ। ਤੇ ਇਹਦੀ ਖੋਜ ਕੀਤੀ ਹੈ RS ਬਿਸ਼ਟ ਦੁਆਰਾ ਕੀਤੀ ਗਈ ਹੈ। ਤੇ ਇਸ ਸਥਾਨ ਤੋਂ ਮਿੱਟੀ ਦਾ ਬਣਿਆ ਹੋਇਆ ਹਲ ਤੇ ਵਧੀਆ ਕਿਸਮ ਦੇ ਜੌਂ ਪ੍ਰਾਪਤ ਹੋਏ ਨੇ। ਤੇ ਜਲ ਨਿਕਾਸ ਪ੍ਰਣਾਲੀ ਦਾ ਇਸ ਜਗ੍ਹਾ 'ਤੇ ਵੀ ਜਿਹੜਾ ਅਭਾਵ ਹੀ ਨਜ਼ਰ ਆਇਆ ਹੈ। ਕਹਿਣ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਜਲ ਨਿਕਾਸ ਪ੍ਰਣਾਲੀ ਇਸ ਟਾਈਮ ਇੱਥੇ ਨਹੀਂ ਸੀਗੀ। ਇਸ ਤੋਂ ਬਾਅਦ ਇੱਥੇ ਪ੍ਰਾਕ ਹੜੱਪਾ ਤੇ ਉੱਤਰ ਹੜੱਪਾ ਕਾਲ ਦੇ ਜਿਹੜੇ ਪ੍ਰਮਾਣ ਵੀ ਪ੍ਰਾਪਤ ਹੋਏ ਨੇ। ਮਕਾਨ ਜਿਹੜੇ ਉਹ ਬਹੁਤ ਹੀ ਜਿਹੜਾ ਵਧੀਆ ਅਵਸਥਾ ਵਿੱਚ ਮਿਲੇ ਨੇ। ਤੇ ਉਸ ਤੋਂ ਬਾਅਦ ਅਗਨੀ ਵੇਦਿਕਾਵਾਂ ਮਿਲੀਆਂ ਨੇ ਜਿਹਨੂੰ ਆਪਾਂ ਅਗਨੀ ਹਵਨ ਕੁੰਡ ਬੋਲਦੇ ਹਾਂ। ਇਸ ਦੇ ਨਾਲ ਹੀ ਇੱਥੇ ਮੰਦਿਰ ਦੇ ਬਣੇ ਹੋਣ ਦੇ ਜਿਹੜੇ ਵੀ ਸਾਕਸ਼ ਥੋੜ੍ਹੇ ਬਹੁਤ ਜਿਹੜੇ ਉਹ ਪ੍ਰਾਪਤ ਹੋਏ ਨੇ। ਇਸ ਤੋਂ ਬਾਅਦ ਜਿਹੜਾ ਕੁਨਾਲ ਤੇ ਰਾਖੀਗੜ੍ਹੀ ਵੀ ਜਿਹੜਾ ਹਰਿਆਣਾ ਦੇ ਵਿੱਚੋਂ ਪ੍ਰਾਪਤ ਹੋਏ ਨੇ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਗੁਜਰਾਤ ਵਿੱਚ ਲੋਥਲ ਦੀ। ਜਿਹੜਾ ਲੋਥਲ ਜਗ੍ਹਾ ਹੈਗੀ ਹੈ ਇਹਨੂੰ ਉਸ ਟਾਈਮ ਦਾ ਜਿਹੜਾ ਲਘੂ ਹੜੱਪਾ ਜਾਂ ਲਘੂ ਮੋਹਨਜੋਦਾੜੋ ਵੀ ਬੋਲਿਆ ਜਾਂਦਾ ਹੈ। ਇਸ ਦੀ ਜਿਹੜੀ ਖੋਜ ਹੈਗੀ ਹੈ ਉਹ SR ਰਾਓ ਦੁਆਰਾ ਕੀਤੀ ਗਈ ਸੀ। ਤੇ ਇਹ ਜਿਹੜਾ ਗੁਜਰਾਤ ਦੇ ਅਹਿਮਦਾਬਾਦ ਜਿਹੜਾ ਜ਼ਿਲ੍ਹਾ ਹੈ ਉਹਦੇ ਵਿੱਚ ਭੋਗਵਾ ਨਦੀ ਦੇ ਕਿਨਾਰੇ ਦਾ ਜਿਹੜਾ ਪ੍ਰਾਪਤ ਹੋਇਆ ਹੈ। ਇਸ ਤੋਂ ਬਾਅਦ ਇੱਥੋਂ ਇੱਕ ਬੰਦਰਗਾਹ ਵੀ ਮਿਲੀ ਹੈਗੀ ਹੈ, ਤੇ ਜਿੱਥੇ ਇੱਕ ਜਹਾਜ਼ ਆਉਂਦੇ ਜਾਂਦੇ ਹੋਣਗੇ। ਤੇ ਇੱਥੇ ਜਿਹੜਾ ਜਲ ਪ੍ਰਬੰਧ ਦਾ ਸਭ ਤੋਂ ਜਿਹੜਾ ਉੱਤਮ ਵਿਵਸਥਾ ਇੱਥੇ ਦੇਖਣ ਨੂੰ ਮਿਲੀ ਹੈਗੀ ਹੈ। ਇਸ ਤੋਂ ਬਾਅਦ ਇੱਥੇ
3 ਜਣਿਆਂ ਨੂੰ ਇਕੱਠੇ ਦਫਨਾਏ ਜਾਣ ਦੇ ਉਦਾਹਰਨ ਮਿਲੇ ਨੇ। ਇਹ ਵੀ ਜਿਹੜਾ ਸਤੀ ਪ੍ਰਥਾ ਦੇ ਵੱਲ ਹੀ ਸੰਕੇਤ ਕਰਦਾ ਹੈ। ਇਸ ਤੋਂ ਬਾਅਦ ਇੱਥੋਂ ਇੱਕ ਅਗਨੀਕੁੰਡ ਪ੍ਰਾਪਤ ਹੋਇਆ ਹੈ ਅਤੇ ਇੱਕ ਜਿਹੜਾ ਪ੍ਰਸ਼ਾਸਨਿਕ ਭਵਨ ਵੀ ਜਿਹੜਾ ਇੱਥੋਂ ਪ੍ਰਾਪਤ ਹੋਇਆ ਹੈ। ਇਸ ਦੇ ਨਾਲ ਹੀ ਇੱਥੇ ਇੱਕ ਮਣਕੇ ਬਣਾਉਣ ਦਾ ਕਾਰਖਾਨਾ ਵੀ ਮਿਲਿਆ ਹੈ ਅਤੇ ਰੰਗਾਈ ਕੁੰਡ ਵੀ ਮਿਲੇ ਨੇ, ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਉੱਥੇ ਲਲਾਰੀ ਵਗੈਰਾ ਵੀ ਹੋ ਸਕਦੇ ਨੇ। ਇਸ ਦੇ ਬਾਅਦ ਜਿਹੜਾ ਗੁਜਰਾਤ ਦੇ ਵਿੱਚ ਹੀ ਰੰਗਪੁਰ ਅਤੇ ਧੌਲਾਵੀਰਾ ਨਾਮਕ ਜਿਹੜੇ ਸਥਾਨ ਵੀ ਪ੍ਰਾਪਤ ਹੋਏ ਨੇ। ਇਹਦੇ ਵਿੱਚ ਆਪਾਂ ਧੌਲਾਵੀਰਾ ਦੀ ਗੱਲ ਕਰਾਂਗੇ। ਇਹਦੀ ਜਿਹੜੀ ਖੋਜ ਹੈ ਉਹ JP ਜੋਸ਼ੀ ਦੁਆਰਾ ਕੀਤੀ ਗਈ ਸੀ ਅਤੇ ਇਹ ਜਿਹੜਾ ਗੁਜਰਾਤ ਦੇ ਕੱਛ ਜ਼ਿਲ੍ਹੇ 'ਚ ਜਿਹੜਾ ਬਚਾਊ ਤਾਲੁਕਾ ਜਿਹੜਾ ਜਗ੍ਹਾ ਹੈਗੀ ਆ, ਉੱਥੇ ਉਹ ਇੱਕ ਛੋਟਾ ਜਿਹਾ ਦੀਪ ਹੈ ਖਾਦਿਰ ਨਾਮਕ, ਅਤੇ ਉੱਥੋਂ ਹੀ ਜਿਹੜਾ ਇਹ ਸਥਾਨ ਜਿਹੜਾ ਪ੍ਰਾਪਤ ਹੋਇਆ ਹੈ। ਇਸ ਜਿਹੜਾ ਖੋਜ ਤੋਂ ਇਹ ਸਿੱਧ ਹੋ ਗਿਆ ਹੈ ਕਿ ਆਪਾਂ ਜਿਸ ਤਰ੍ਹਾਂ ਪਹਿਲਾਂ ਗੱਲ ਕਰਦੇ ਹਾਂ ਕਿ ਜਿਹੜਾ ਮੋਹਨਜੋਦਾੜੋ ਹੈਗਾ ਹੈ ਉਹ ਅੱਜ ਤੱਕ ਦਾ ਖੋਜਿਆ ਗਿਆ ਹੜੱਪਾ ਸੱਭਿਅਤਾ ਨਾਲ ਸੰਬੰਧਿਤ ਜਿਹੜਾ ਸਭ ਤੋਂ ਵੱਡਾ ਸਥਾਨ ਹੈ, ਪਰ ਇਸ ਖੋਜ ਤੋਂ ਬਾਅਦ ਇਹ ਸਿੱਧ ਹੋ ਗਿਆ ਹੈ ਕਿ ਜਿਹੜਾ ਧੌਲਾਵੀਰਾ ਹੈ ਉਹ ਅੱਜ ਤੱਕ ਦਾ ਖੋਜਿਆ ਗਿਆ ਸਭ ਤੋਂ ਖੇਤਰਫਲ ਦੇ ਪੱਖੋਂ ਸਭ ਤੋਂ ਵੱਡਾ ਸਥਾਨ ਹੈਗਾ ਹੈ। ਇਹਦੇ ਵਿੱਚ ਆਪਾਂ ਦੇਖਾਂਗੇ ਕਿ ਧੌਲਾਵੀਰਾ ਦਾ ਪਹਿਲਾਂ ਆਪਾਂ ਅਰਥ ਕਰਾਂਗੇ। ਇਹਦਾ ਮਤਲਬ ਹੈਗਾ ਹੈ ਸਫੇਦ ਖੂਹ ਜਾਂ ਸਫੇਦ ਕੂਆ ਬੋਲਦੇ ਆ। ਅਤੇ ਟਿੱਲੇ ਦੇ ਉੱਪਰ ਜਿਹੜਾ ਇਹ ਸਭ ਤੋਂ ਇੱਕ ਜਿਹੜਾ ਪੁਰਾਣਾ ਖੂਹ ਪ੍ਰਾਪਤ ਹੋਇਆ ਹੈ, ਜਿਸ ਦੇ ਨਾਮ 'ਤੇ ਜਿਹੜਾ ਇਹਦਾ ਨਾਮ ਵੀ ਜਿਹੜਾ ਧੌਲਾਵੀਰਾ ਰੱਖ ਦਿੱਤਾ ਗਿਆ। ਜਿਹੜਾ ਇਹ ਨਗਰ ਹੈਗਾ ਇਹ ਆਇਤਾਕਾਰ ਹੈ। ਅਤੇ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਇਹਦੇ ਵਿੱਚ ਜਿਹੜਾ 3 ਭਾਗ ਨੇ। ਇਹਦੇ ਵਿੱਚ ਜਿਹੜਾ ਕਿਲ੍ਹਾ ਹੈ, ਇੱਕ ਭਾਗ ਕਿਲ੍ਹਾ ਹੈ, ਦੂਸਰਾ ਮੱਧ ਨਗਰ ਹੈਗਾ ਹੈ, ਅਤੇ ਇਸ ਤੋਂ ਬਾਅਦ ਇੱਕ ਛੋਟਾ ਆਪਾਂ ਜਾਂ ਛੋਟਾ ਨਗਰ ਜਾਂ ਇਹਨੂੰ ਨੀਵਾਂ ਜਿਹੜਾ ਨਗਰ ਵੀ ਬੋਲਦੇ ਹਾਂ। ਇੱਥੇ ਜਿਹੜੇ ਹੜੱਪਾ ਦੇ 3 ਸਤਰ ਮਿਲੇ ਆ। ਆਪਾਂ ਕਹਿੰਦੇ 3 ਭਾਗ ਪ੍ਰਾਪਤ ਹੋਏ ਨੇ, ਜਿਵੇਂ ਆਪਾਂ ਪ੍ਰਾਕ ਹੜੱਪਾ ਜਾਂ ਉੱਤਰੀ ਹੜੱਪਾ ਦੀ ਗੱਲ ਕਰਦੇ ਹਾਂ। ਇਸ ਤਰ੍ਹਾਂ ਇੱਥੋਂ ਪ੍ਰਾਪਤ ਹੋਏ ਨੇ। ਇਸ ਤੋਂ ਬਾਅਦ ਇੱਥੇ ਘੋੜੇ ਦੇ ਜਿਹੜੇ ਅਵਸ਼ੇਸ਼ ਪ੍ਰਾਪਤ ਹੋਏ ਨੇ, ਜਿਵੇਂ ਹੱਡੀਆਂ ਮਿਲੀਆਂ ਨੇ। ਇਹਦਾ ਮਤਲਬ ਇਹ ਜਿਹੜੀਆਂ ਅੱਜ ਤੱਕ ਜਿਹੜਾ ਕਿਤੇ ਵੀ ਜਿਹੜੇ ਘੋੜੇ ਦੇ ਅਵਸ਼ੇਸ਼ ਪ੍ਰਾਪਤ ਨਹੀਂ ਹੋਏ ਸੀਗੇ, ਇਸ ਜਗ੍ਹਾ ਤੋਂ ਜਿਹੜੇ ਘੋੜੇ ਦੇ ਅਵਸ਼ੇਸ਼ ਪਹਿਲੀ ਵਾਰ ਪ੍ਰਾਪਤ ਹੋਏ ਆ। ਇਸੇ ਸਥਾਨ ਤੋਂ ਜਿਹੜਾ ਪਸ਼ੂ ਦੀ ਇੱਕ ਕਾਂਸੇ ਦੀ ਆਕ੍ਰਿਤੀ ਪ੍ਰਾਪਤ ਹੋਈ ਹੈ। ਇਹਦੇ ਨਾਲ ਹੀ ਇੱਥੇ ਇੱਕ ਸਟੇਡੀਅਮ ਵੀ ਪ੍ਰਾਪਤ ਹੋਇਆ ਹੈ, ਅਤੇ ਨਾਲ ਹੀ ਇੱਕ ਨੇਵਲੇ ਦੀ ਜਿਹੜੀ ਪੱਥਰ ਦੀ ਮੂਰਤੀ, ਜਿਹਨੂੰ ਆਪਾਂ ਨਿਓਲਾ ਬੋਲਦੇ ਹਾਂ ਪੰਜਾਬੀ ਦੇ ਵਿੱਚ, ਉਹਦੀ ਮੂਰਤੀ ਪ੍ਰਾਪਤ ਹੋਈ ਹੈ। ਇੱਥੇ ਵਿਸ਼ਾਲ ਜਲ ਭੰਡਾਰ ਵੀ ਪ੍ਰਾਪਤ ਹੋਇਆ ਹੈ। ਇੱਥੋਂ ਦੇ ਜਿਹੜੇ ਲੋਕ ਸੀ ਉਹ ਬੰਨ ਵਗੈਰਾ ਬਣਾਉਣ ਦੀ ਤਕਨੀਕ ਤੋਂ ਵੀ ਚੰਗੀ ਤਰ੍ਹਾਂ ਜਾਣੂ ਸੀਗੇ। ਇਸ ਤੋਂ ਬਾਅਦ ਆਪਾਂ ਦੇਖਾਂਗੇ ਇਹ ਜਿਹੜੇ ਸੱਭਿਅਤਾ ਹੈਗੀ ਹੈ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਇਹ ਜਗ੍ਹਾ ਇਹਦੇ ਸਥਾਨ ਜਿਹੜੇ ਪ੍ਰਾਪਤ ਹੋਏ ਨੇ। ਉਹ ਰੋਪੜ, ਜਿਹਨੂੰ ਅੱਜ ਕੱਲ੍ਹ ਰੂਪਨਗਰ ਬੋਲਦੇ ਆ, ਇਹਦੇ ਨੇੜੇ ਕੋਟਲਾ, ਨਿਹੰਗ ਖਾਂ, ਸੰਗੋਲ, ਬਾੜਾ, ਰੋਹਿੜਾ, ਇਹਨਾਂ ਸਥਾਨਾਂ 'ਤੇ ਜਿਹੜੇ ਸੱਭਿਅਤਾ ਦੇ ਅਵਸ਼ੇਸ਼ ਮਿਲੇ ਆ। ਅਤੇ ਬਾਕੀ ਦੇ ਆਪਾਂ ਜਿਹੜੇ ਇਹਨਾਂ ਨੂੰ ਐਕਸਪਲੇਨ ਕੱਲ੍ਹ ਦੀ ਵੀਡੀਓ ਵਿੱਚ ਕਰਾਂਗੇ। ਇਸ ਦੇ ਨਾਲ ਹੀ ਜਿਹੜੀ ਵੀਡੀਓ ਇੱਥੇ ਹੀ ਸਮਾਪਤ ਹੁੰਦੀ ਹੈ। ਧੰਨਵਾਦ ਬਹੁਤ ਬਹੁਤ।